ਅੰਮ੍ਰਿਤਸਰ ਦੀ ਇਸ ਵੇਲੇ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੈਗੇ। ਜੇਕਰ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਹੈ ਉਹ 34 ਸੀਟਾਂ ਜਿਹੜੀ ਹੈ ਉਹ ਆਪਣੀ ਘੋਸ਼ਿਤ ਕਰਦੀ ਹੈ। ਪਹਿਲੀ ਲਿਸਟ ਦੇ ਵਿੱਚ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਨਾਰਥ ਹਲਕਾ ਜਿਹੜਾ ਕਿ ਪੰਜਾਬ ਦੇ ਵਿੱਚ ਸਭ ਤੋਂ ਹੌਟ ਗਿਣਿਆ ਜਾਂਦਾ ਹੈ, ਉਸ ਦੇ ਵਿੱਚ ਜਿਹੜਾ ਟਿਕਟ ਦੀ ਜਿਹੜੀ ਹੈ ਉਹ ਟਿਕਟ ਜਿਹੜੀ ਹੈ ਸੁਖਮਿੰਦਰ ਸਿੰਘ ਪਿੰਟੂ ਨੂੰ ਜਿਹੜੀ ਦਿੱਤੀ ਜਾ ਕੇ ਚੁਣਾਵੀ ਅਖਾੜੇ ਦੇ ਵਿੱਚ ਉਤਾਰਿਆ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਕ ਹਲਕਾ ਨਾਰਥ ਕੀ ਪੂਰੀ ਤਰ੍ਹਾਂ ਜਿਹੜਾ ਚੁਣਾਵੀ ਕੈਂਡੀਡੇਟ ਜਿਹੜੇ ਹੈਗੇ ਕੈਂਡੀਡੇਟਾਂ ਨਾਲ ਭੱਜ ਚੁੱਕਿਆ ਵਾ। ਤੇ ਅਸੀਂ ਅੱਜ ਗੱਲ ਕਰਾਂਗੇ ਨਾਰਥ ਹਲਕੇ ਦੇ ਉੱਤੇ ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਨੇ ਰਵੀ ਖੰਨਾ ਜੀ ਜਿਹੜੇ ਕਿ ਇਸ ਨਾਰਥ ਹਲਕੇ ਦੇ ਵਿੱਚ ਚਰਚਾ ਨੂੰ ਲੈ ਕੇ ਸਾਡੇ ਨਾਲ ਸਹਿਯੋਗ ਕਰਨਗੇ। ਸਭ ਤੋਂ ਪਹਿਲਾਂ ਜੇਕਰ ਗੱਲ ਕਰਾਂ ਤੇ ਮੈਦਾਨ ਰਵੀ ਜੀ ਜਿਹੜਾ ਵਾ ਉਹ ਪੱਕ ਚੁੱਕਿਆ ਨਾਰਥ ਹਲਕਾ। ਪਰ ਮੈਂ ਉਸ ਤੋਂ ਪਹਿਲਾਂ ਇੱਕ ਗੱਲ ਕਰਨਾ ਚਾਹੁੰਦਾ ਕਿ ਪਿਛਲੀ ਚਰਚਾ ਵਿੱਚ ਅੰਮ੍ਰਿਤਸਰ ਪੇਜ ਵੱਲੋਂ ਇੱਕ ਜਿਹੜੀ ਖਬਰ ਕੀਤੀ ਗਈ ਸੀ ਉਹ ਹਲਕਾ ਉੱਤਰੀ ਨਾਰਥ ਵੱਲੋਂ ਕੈਂਡੀਡੇਟਾਂ ਦੇ ਨਾਂ ਦੇ ਵਿੱਚ ਸੁਖਮਿੰਦਰ ਪਿੰਟੂ ਪਰ ਪ੍ਰਬਲ ਦਾਅਵੇਦਾਰ ਜਿਹੜੇ ਪੇਸ਼ ਕੀਤੇ ਗਏ ਸੀ ਔਰ ਸਾਡੀ ਇਸ ਖਬਰ ਦੀ ਉੱਤੇ ਪੁਸ਼ਟੀ ਹੋਈ ਹੈ, ਮੋਹਰ ਲੱਗੀ ਹੈ। ਅੱਜ ਜਿਹੜੀ ਹੈ ਜੇ ਗੱਲ ਕੀਤੀ ਜਾਏ ਜਿਹੜੀ ਸੂਚੀ ਆਈ ਹੈ 34 ਬੰਦਿਆਂ ਦੀ ਸੂਚੀ ਦੇ ਵਿੱਚ ਇੱਕੋ ਸੀਟ ਨਾਰਥ ਦੀ ਉਹ ਜਿਹੜੀ ਸੁਖਮਿੰਦਰ ਪਿੰਟੂ ਨੂੰ ਮਿਲੀ ਹੈ। ਸੁਖਮਿੰਦਰ ਪਿੰਟੂ ਨੂੰ ਟਿਕਟ ਮਿਲਣ ਨਾਲ ਸਾਡੀ ਖਬਰ ਦੀ ਪੁਸ਼ਟੀ ਹੋਈ ਹੈ। ਪਰ ਗੱਲ ਹੈਗੀ ਹੈ ਓਮੀ ਜੀ ਸੁਖਮਿੰਦਰ ਪਿੰਟੂ ਨੂੰ ਟਿਕਟ ਮਿਲ ਗਈ ਹੈ। ਹੁਣ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ ਜੇ ਸੁਖਮਿੰਦਰ ਪਿੰਟੂ ਬਾਰੇ ਕਿਹਾ ਜਾਏ ਤੇ ਉਦੋਂ ਮੈਨੂੰ ਲੱਗਦਾ ਨਹੀਂ ਕੋਈ ਰਾਜਨੀਤੀ ਦਾ ਲੰਬਾ ਸਫ਼ਰ ਹੈਗਾ ਉਹਨਾਂ ਦਾ। ਬਿਲਕੁਲ ਲੰਬਾ ਸਫ਼ਰ ਨਹੀਂ, ਲੇਕਿਨ ਮੈਂ ਸਫ਼ਰ ਤੋਂ ਪਹਿਲਾਂ ਇੱਕ ਵਾਰੀ ਦੱਸਣਾ ਆਪਣੇ ਦਰਸ਼ਕਾਂ ਨੂੰ ਚਾਹਾਂਗਾ ਕਿ ਸੁਖਮਿੰਦਰ ਸਿੰਘ ਦੇ ਪਿੰਟੂ ਦੇ ਅਗਰ ਉੱਤਰੀ ਹਲਕੇ ਦੇ ਵਿੱਚ ਚੁਣਾਵੀ ਮੈਦਾਨ ਦੇ ਵਿੱਚ ਉਤਰਨ ਦੇ ਨਾਲ ਸਮੀਕਰਨ ਜਿਹੜੇ ਆ ਉੱਤਰੀ ਹਲਕੇ ਤੇ ਉਹ ਬਦਲ ਚੁੱਕੇ ਨੇ। ਸਭ ਤੋਂ ਵੱਡੀ ਗੱਲ ਹੈਗੀ ਕਿ ਜਦੋਂ ਅਕਾਲੀ ਦਲ ਬੀਜੇਪੀ ਇਕੱਠੀ ਇਲੈਕਸ਼ਨ ਲੜਦੀ ਸੀ ਤੇ ਵੋਟ ਬੈਂਕ ਜਿਹੜਾ ਸੀਗਾ ਉਹ ਸਮੇਟਿਆ ਹੋਇਆ ਸੀ, ਲੇਕਿਨ ਕਿਸਾਨੀ ਕਾਨੂੰਨ ਦੇ ਵਿੱਚ ਜਦੋਂ ਦੋਨੋਂ ਪਾਰਟੀਆਂ ਦੇ ਵਿੱਚ ਦਰਾਰ ਆਂਦੀ ਤੇ ਇਹ ਵੋਟ ਬੈਂਕ ਜਿਹੜਾ ਉਹ ਬਿਖਰ ਚੁੱਕਿਆ ਹੈ। ਜੇਕਰ 2017 ਦੀ ਗੱਲ ਕਰਾਂ ਵੋਟ ਬੈਂਕ ਵੀ ਬਿਖਰ ਚੁੱਕਾ ਔਰ ਜੇ ਕੈਂਡੀਡੇਟ ਵੀ ਜਿਹੜੇ ਆ ਉਹ ਜਿਹੜੇ ਭਾਜਪਾ ਦੇ ਕੈਂਡੀਡੇਟ ਸੀ ਉਹ ਅਕਾਲੀ ਦਲ 'ਚ ਜਾ ਚੁੱਕੇ ਨੇ। ਔਰ ਅਗਰ ਗੱਲ ਕਰੀਏ ਤੇ ਇਸ ਦਾ ਫਾਇਦਾ ਜ਼ਰੂਰ ਕਾਂਗਰਸ ਨੂੰ ਮਿਲ ਸਕਦਾ, ਕਿਉਂਕਿ ਜਿਸ ਤਰ੍ਹਾਂ ਕਾਂਗਰਸ ਨੇ ਪਿਛਲੀ ਵਾਰ 2017 ਦੀ ਮੈਂ ਗੱਲ ਕਰਾਂਗਾ 45,000 ਦੇ ਕਰੀਬ ਜਿਹੜੀ ਹੈ ਵੋਟ ਅਕਾਲੀ ਬੀਜੇਪੀ ਨੇ ਖੜੀ ਸੀ ਤੇ 60,000 ਦੇ ਕਰੀਬ ਜਿਹੜੇ ਕਾਂਗਰਸ ਦੇ ਕੈਂਡੀਡੇਟ ਸੁਨੀਲ ਦੱਤੀ ਉਹਨਾਂ ਨੇ ਵੋਟ ਜਿਹੜਾ ਖੜਿਆ ਸੀ। ਤੇ ਉਸ ਤੋਂ ਬਾਅਦ ਜੇ ਆਮ ਆਦਮੀ ਪਾਰਟੀ ਦੀ ਗੱਲ ਕਰਾਂ 11,000 ਬਸਪਾ ਤੋਂ ਵੀ ਇੱਕ ਉਮੀਦਵਾਰ ਖੜੇ ਹੋਏ ਜਿਹੜੇ 700 ਦੇ ਕਰੀਬ ਵੋਟ ਲੈ ਗਏ, ਲੇਕਿਨ ਉਹੀ ਪਾਰਟੀਆਂ ਵਾ ਉਹੀ ਉਮੀਦਵਾਰ ਪਾਰਟੀਆਂ ਦੇ ਵੱਖ-ਵੱਖ ਹੈਗੇ, ਲੇਕਿਨ ਸਮੀਕਰਨ ਚੇਂਜ ਹੋ ਗਏ ਸੁਖਮਿੰਦਰ ਸਿੰਘ ਪਿੰਟੂ ਦੇ ਆਉਣ ਨਾਲ। ਮੈਂ ਤੁਹਾਡੀ ਗੱਲ ਕੱਟ ਰਿਹਾ ਜੇ ਉਸ ਟਾਈਮ ਜਿਹੜੀ ਕਾਂਗਰਸ ਨੂੰ ਸੁਨੀਲ ਦੱਤੀ ਨੂੰ 60,000 ਦੇ ਕਰੀਬ ਵੋਟ ਪਈ ਸੀ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਕੈਂਡੀਡੇਟ ਨੂੰ 40,000 ਦੇ ਪਲੱਸ ਵੋਟ ਪਈ ਸੀ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਤੁਸੀਂ ਕਿਹਾ। ਪਰ ਮੈਂ ਉਹਨਾਂ ਸਾਰੀਆਂ ਗੱਲਾਂ ਕਰਨ ਤੋਂ ਪਹਿਲਾਂ ਇੱਕ ਗੱਲ ਜਾਣਨਾ ਚਾਹੁੰਦਾ ਜੇ ਸੁਖਮਿੰਦਰ ਪਿੰਟੂ ਹੈ ਇਹਨਾਂ ਦਾ ਰਾਜਨੀਤਿਕ ਕੈਰੀਅਰ ਕਿੰਨੀ ਕਿਸੇ ਤੋਂ ਜਿਹੜਾ ਅਗਰੈਸਿਵ ਰਾਜਨੀਤੀ 'ਚ ਹੈ। ਬਿਲਕੁਲ ਜੇਕਰ ਮੈਂ ਸੁਖਮਿੰਦਰ ਪਿੰਟੂ ਦੀ ਗੱਲ ਕਰਾਂ ਤਾਂ 21 ਸਾਲ ਦਾ ਸਮਾਂ ਹੋ ਚੁੱਕਿਆ ਉਹਨਾਂ ਨੂੰ ਬੀਜੇਪੀ ਦੇ ਵਿੱਚ ਜਿਹੜੇ ਆ ਬੂਥ ਸਤਰ ਤੋਂ ਪਾਰਟੀ ਸਤਰ ਤੋਂ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ। ਸੰਘ ਕਾਰਜਕਰਤਾ ਦੇ ਤੌਰ ਤੇ ਵੀ ਜਾਣੇ ਜਾਂਦੇ ਔਰ ਪਕੜ ਰੱਖਦੇ ਇੱਕ ਸਿੱਖ ਨੇਤਾ ਜੱਟ ਸਿੱਖ ਨੇਤਾ ਹੋਣ ਦੇ ਨਾਤੇ ਇੱਕ ਪਕੜ ਰੱਖਦੇ ਔਰ 3 ਵਾਰ ਜੇਕਰ 2007 ਦੀ ਗੱਲ ਕਰਾਂ ਤੇ 3 ਵਾਰੀ ਲਗਾਤਾਰ ਜਿਹੜੀ ਆ ਕਾਉਂਸਲਰ ਸੀਟ ਜਿੱਤ ਚੁੱਕੇ। ਮੈਂ ਗੱਲ ਕਰ ਰਿਹਾ 3 ਵਾਰ ਜਿਹੜੇ ਆ ਕਾਉਂਸਲਰ ਜਿੱਤ ਚੁੱਕੇ ਨੇ। ਇੱਕ ਮਤਲਬ ਕਿ ਜਿਹੜੀ ਹੈ ਮੌਜੂਦਾ ਸਰਕਾਰ ਹੈ ਕਾਂਗਰਸ ਦੀ ਸਰਕਾਰ ਹੈ ਇਹ 'ਚ ਵੀ ਇਹਨਾਂ ਦੇ ਹਾਂ ਬਿਲਕੁਲ ਮਹਿਲਾ ਆਰਕਸ਼ਿਤ ਸੀਟ ਹੋਈ ਸੀ। ਉਸ ਤੋਂ ਬਾਅਦ ਇਹਨਾਂ ਦੀ ਮਾਤਾ ਜਿਹੜੀ ਗੁਰਦਰਸ਼ਨ ਕੌਰ ਆ ਉਹ ਇਸ ਸੀਟ 51 ਨੰਬਰ ਵਾਰਡ ਜਿਹੜੀ ਉੱਤੋਂ ਜਿਹੜੀ ਚੁਣਾਵ ਲੜੇ ਸੀ ਤੇ ਵਿਜਯੀ ਹੋਈ ਸੀ ਵਿਪਕਸ਼ ਦੇ ਵਿੱਚ ਵੀ। ਯਾਨੀ ਕਿ 2007 ਦੇ ਵਿੱਚ ਵੀ ਇਲੈਕਸ਼ਨ ਜਿੱਤੇ ਸੀ ਉਦੋਂ ਕਿੰਨੀ ਵੋਟ ਨਾਲ ਜਿੱਤੇ ਸੀ। ਬਿਲਕੁਲ ਜੇਕਰ ਸੁਖਮਿੰਦਰ ਪਿੰਟੂ ਦੀ ਗੱਲ ਕਰਾਂ ਤੇ 2 ਵਾਰੀ ਜਿਹੜੇ ਜ਼ਿਲ੍ਹੇ ਦੇ ਵਿੱਚ ਮਹਾਸਚਿਵ ਰਹਿ ਚੁੱਕੇ ਨੇ, ਸੰਗਠਨ ਦੇ ਵਿੱਚ ਜ਼ਿਲ੍ਹੇ ਦੀ ਅਗਵਾਈ ਕਰ ਚੁੱਕੇ ਨੇ। ਉਸ ਦੇ ਨਾਲ ਜੇਕਰ ਗੱਲ ਕਰਾਂ ਤੇ 2007 ਦੇ ਵਿੱਚ ਇਹਨਾਂ ਨੇ ਪਹਿਲੀ ਚੋਣ ਲੜੀ ਸੀ ਜਿਹਦੇ ਵਿੱਚ ਤਕਰੀਬਨ 982 ਵੋਟਾਂ ਤੋਂ ਇਹਨਾਂ ਨੇ ਜਿੱਤ ਹਾਸਿਲ ਕੀਤੀ, ਯਾਨੀ 1000 ਵੋਟ ਦੇ ਆਸ-ਪਾਸ ਪਹਿਲੀ ਵਾਰ ਜਿੱਤੇ ਸੀ। ਬਿਲਕੁਲ। ਔਰ 2012 ਮੈਂ ਰਵੀ ਜੀ 2012 ਦੀ ਗੱਲ ਕਰਾਂ ਤੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਡੀ ਲੀਡ ਸੀਗੀ। ਉਹ ਕਿੰਨੀ ਲੀਡ ਸੀ 2012 ਦੇ ਵਿੱਚ ਜਦ ਸੁਖਮਿੰਦਰ ਪਿੰਟੂ ਜਦੋਂ ਇਲੈਕਸ਼ਨ ਲੜੇ ਤੇ 5,535 ਵੋਟਾਂ ਮਿਲੀ, ਜਿਹੜੀ ਕਿ ਇਤਿਹਾਸ ਦੇ ਵਿੱਚ ਪੰਜਾਬ ਦੇ ਇਤਿਹਾਸ ਦੇ ਵਿੱਚ ਜਿਹੜੀ ਕਾਉਂਸਲਰ ਚੋਣਾਂ ਦੇ ਵਿੱਚ ਸਭ ਤੋਂ ਹਾਈਐਸਟ ਵੋਟਾਂ ਗਿਣੀਆਂ ਗਈਆਂ ਸੀ। 5,000 ਤੀ ਕਹਿੰਦੇ ਆ 5,535 ਯਾਨੀ 5,535 ਵੋਟਾਂ ਨਾਲ ਪੰਜਾਬ ਦੇ ਵਿੱਚ ਇੱਕ ਨੰਬਰ ਦੇ ਉੱਤੇ ਆਏ ਸੀ ਇੱਕ ਐਜ਼ ਏ ਕਾਉਂਸਲਰ ਹੋਣ ਤੋਂ। ਬਿਲਕੁਲ। ਔਰ ਚਰਚਾ ਦਾ ਵਿਸ਼ਾ ਵੀ ਬਣੇ ਸੀ ਕਿ ਸਭ ਤੋਂ ਹਾਈਐਸਟ ਵੋਟਾਂ ਤੋਂ ਜਿੱਤੇ ਸੀ। ਲੇਕਿਨ ਅਗਰ 2017 ਦੀ ਗੱਲ ਕਰਾਂ ਤਾਂ 2017 ਦੇ ਵਿੱਚ ਇਹਨਾਂ ਦੀ ਮਦਰ ਨੇ ਇਲੈਕਸ਼ਨ ਲੜੀ ਗੁਰਦਰਸ਼ਨ ਕੌਰ ਔਰ ਵਿਪਕਸ਼ ਦੇ ਵਿੱਚ ਸੀਗੇ, ਲੇਕਿਨ ਉਸ ਦੇ ਬਾਵਜੂਦ ਉਹਨਾਂ ਨੇ ਆਪਣੀ 51 ਨੰਬਰ ਜਿਹੜੀ ਸੀਟ ਸੀਗੀ ਜਿਹੜੀ ਉਹਨਾਂ ਦੇ ਵਾਰਡ ਸੀਗੀ ਉਹਦੇ ਵਿੱਚੋਂ ਵੀ 870 ਵੋਟਾਂ ਤੋਂ ਉਹਨਾਂ ਨੇ ਜਿੱਤ ਹਾਸਿਲ ਕੀਤੀ। ਉਹਨਾਂ ਦੀ ਮਦਰ ਨੇ ਵੀ ਕਿਤੇ ਨਾ ਕਿਤੇ ਲਗਾਤਾਰ 3 ਵਾਰੀ ਕਾਉਂਸਲਰ ਰਹਿਣਾ ਔਰ ਵੋਟਾਂ ਦੀ ਗਿਣਤੀ ਵੀ ਜਿਹੜੀ ਹੈ ਉਹ ਲਗਾਤਾਰ ਘਟਦੀ ਵੱਧਦੀ ਵੀ ਨਹੀਂ, ਲੇਕਿਨ ਜਿੱਥੇ ਸਥਿਰ ਹੈਗੀ ਵੋਟਾਂ ਦੀ ਜੇਕਰ ਗੱਲ ਕਰੀਏ 2 ਵਾਰ 1000 ਦੇ ਕਰੀਬ ਵੋਟਾਂ ਲਈਆਂ ਤੇ ਜਿੱਤ ਵੋਟਾਂ ਦੀ ਜਿੱਤ ਜਿਹੜੀ ਹੈ ਤੇ ਇੱਕ ਵਾਰੀ ਜਿਹੜੀ ਹੈ ਉਹ ਤੇ ਰਿਕਾਰਡ ਤੋੜੀ ਜਿੱਤ ਕੀਤੀ। ਲੇਕਿਨ ਸੁਖਮਿੰਦਰ ਪਿੰਟੂ ਦੇ ਆਉਣ ਨਾਲ ਸਮੀਕਰਨ ਜਿਹੜੇ ਹੈਗੇ ਉਹ ਨਾਰਥ ਹਲਕੇ ਦੇ ਵਿੱਚ ਜੇ ਗੱਲ ਕਰਾਂ ਤਾਂ ਚੇਂਜ ਹੋ ਗਏ। ਸਭ ਤੋਂ ਜ਼ਿਆਦਾ ਨੁਕਸਾਨ ਜੇ ਗੱਲ ਕਰੀਏ ਤੇ ਜ਼ਰੂਰ
ਉਹਨਾਂ ਦੀ ਭਾਈਵਾਲ ਪਾਰਟੀ ਰਹਿ ਚੁੱਕੀ ਜਿਹੜੀ ਅਕਾਲੀ ਦਲ ਉਹਨੂੰ ਹੋਏਗਾ। ਯਾਨੀ ਕਿ ਤੁਹਾਡਾ ਮਤਲਬ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅੱਜ ਦੀ ਸੀਟ ਅਨਾਉਂਸ ਹੋਈ ਹੈ ਇਹਨੇ ਕਈ ਸਮੀਕਰਨ ਦਾ ਹੇਰ ਫੇਰ ਕਰ ਦਿੱਤਾ। ਇਹ ਜ਼ਰੂਰੀ ਮੈਸੇਜ ਆ ਗਿਆ ਸੀ, ਨਾਲ ਮੇਰਾ ਧਿਆਨ ਉੱਧਰ ਚਲ ਗਿਆ। ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਭਾਈਵਾਲ ਪਾਰਟੀ ਸੀ, 9 ਮਾਸ ਦਾ ਰਿਸ਼ਤਾ ਸੀ, ਉਹ ਕਹਿੰਦੇ ਉਹਦੇ ਵਿੱਚ ਜਿਹੜਾ ਇਹ ਕੈਂਡੀਡੇਟ ਆਉਣ ਨਾਲ ਫਰਕ ਪਏਗਾ। ਮੈਂ 2 ਚੀਜ਼ਾਂ ਦੇ ਉੱਤੇ ਤੁਹਾਡੇ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗਾ। ਨੰਬਰ 1 ਕਿ ਜਦੋਂ ਪਹਿਲੀ 5535 ਵੋਟਾਂ ਨਾਲ ਜਿਹੜੇ ਆ ਜਿੱਤਦੇ ਨੇ, ਉਦੋਂ ਉਸ ਟਾਈਮ ਦੇ ਜਿਹੜੇ ਇਹਨਾਂ ਦੇ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਸੀ ਉਹ ਅੱਜ ਪਾਰਟੀ ਛੱਡ ਚੁੱਕੇ ਨੇ। ਹੁਣ ਮੇਰਾ ਇੱਕ ਸਵਾਲ ਇਹ ਬਣਦਾ ਹੈ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਦੋਨਾਂ ਦਾ ਆਪਸ ਦੇ ਵਿੱਚ ਜਿਹੜਾ ਬਖਰੇਵਾ ਹੋ ਚੁੱਕਾ, ਦੋਨੇ ਅਲੱਗ ਹੋ ਚੁੱਕੇ ਨੇ, ਔਰ ਸ਼੍ਰੋਮਣੀ ਅਕਾਲੀ ਦਲ ਔਰ ਬੀਐਸਪੀ ਦਾ ਜਿਹੜਾ ਗਠਬੰਧਨ ਹੋ ਚੁੱਕਾ ਹੈ, ਉਹ 'ਚ ਪੂਰਵ ਕੈਬਨਿਟ ਮੰਤਰੀ ਅਨਿਲ ਜੋਸ਼ੀ ਇਲੈਕਸ਼ਨ ਲੜ ਰਹੇ ਨੇ। ਪਰ ਜੇ ਭਾਜਪਾ ਦੀ ਗੱਲ ਕਰੀਏ ਤੇ ਇੱਕ ਸਿੱਖ ਫੇਸ ਵੀ ਮਿਲ ਗਿਆ, ਇੱਕ ਜੱਟ ਫੇਸ ਵੀ ਮਿਲ ਗਿਆ, ਤੇ ਜਿਹੜੀ ਟਿਕਟ ਹੈ ਸੁਖਮਿੰਦਰ ਪਿੰਟੂ ਨੂੰ ਮਿਲ ਗਈ ਹੈ। ਹੁਣ ਇਹਦੇ ਵਿੱਚ ਜੇ ਦੇਖਣ ਵਾਲੀ ਗੱਲ ਹੈਗੀ ਕਿ ਭਾਰਤੀ ਜਨਤਾ ਪਾਰਟੀ ਦੀ ਕਿੰਨੀ ਵੋਟ ਹੈਗੀ ਹੈ, ਕਿੰਨੀਆਂ ਵੋਟਾਂ ਜਿਹੜੇ ਜਿਹਨੂੰ ਮੈਂ ਇੱਕ ਪੰਜਾਬੀ 'ਚ ਗੱਲ ਕਹਿੰਦੇ ਨੇ ਆਰਐਸਐਸ ਦਾ ਇੱਕ ਜਿਹੜਾ ਸੰਗਠਨ ਦਾ ਇੱਕ ਵਰਕਰ ਹੁੰਦਾ, ਉਹਦੀ ਵੋਟ ਕਿੰਨੀ ਹੈ, ਬੀਜੇਪੀ ਦੀ ਵੋਟ ਕਿੰਨੀ ਹੈ, ਇਹ ਇੱਕ ਦੇਖਣ ਵਾਲੀ ਤੇ ਚਰਚਾ ਦਾ ਵਿਸ਼ਾ ਕਰਨ ਵਾਲੀ ਗੱਲ ਹੈ। ਚਰਚਾ ਦਾ ਵਿਸ਼ੇ ਵੀ ਹੈ। ਔਰ ਰਵੀ ਜੀ, ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ, 2012 ਦੇ ਵਿੱਚ ਇਲੈਕਸ਼ਨ ਲੜੀ ਸੀ ਅਨਿਲ ਜੋਸ਼ੀ, ਜਦੋਂ ਸੀਟ ਲੜ ਰਹੀ, ਔਰ ਜਦੋਂ ਉਸ ਤੋਂ ਬਾਅਦ 2012 ਦੇ ਵਿੱਚ ਵਿਜੇ ਹੋਈ ਸੀ ਔਰ ਮੰਤਰੀ ਬਣੇ ਸੀ, ਕੈਬਨਿਟ ਸਥਾਨੀ ਨਿਕਾਏ ਮੰਤਰੀ। ਲੇਕਿਨ ਉਸ ਟਾਈਮ ਇਹੀ ਜਿਹੜਾ ਫੇਸ ਸੀਗਾ ਉਹ ਅਨਿਲ ਜੋਸ਼ੀ ਦੇ ਸਪੋਰਟ ਤੇ ਸੀਗਾ। ਅੱਜ ਹੁਣੇ ਲਾਈਵ ਕਰਕੇ ਆਏ ਹੋ, ਚਿਹਰੇ ਮੈਨੂੰ ਸਾਰੇ ਉਹੀ ਦਿਖੇ ਨੇ। ਚਿਹਰਿਆਂ ਦੀ ਗੱਲ ਜੇ ਕਰੋ ਤੇ ਮੈਂ ਤੁਹਾਨੂੰ ਫੇਰ ਉਹੀ ਆਪਣਾ ਸਵਾਲ ਦੁਹਰਾ ਰਿਹਾ ਕਿ ਭਾਜਪਾ ਦਾ ਕੈਡਰ, ਆਰਐਸਐਸ ਦਾ ਕੈਡਰ ਤੇ ਉਹੀ ਹੈ, ਉਹ ਕਿੰਨੀਆਂ ਵੋਟਾਂ ਤੇ ਭਾਰੀ ਪਏਗਾ। ਇਹ ਵੀ ਦੇਖ ਕਿੰਨੀ ਵੋਟ ਜਿਹੜੀ ਹੈ ਭਾਜਪਾ ਦੀ ਘਰੋਂ ਲੈ ਕੇ ਚੱਲਦੇ ਸੁਖਮਿੰਦਰ ਪਿੰਟੂ। ਬਿਲਕੁਲ ਸੁਖਮਿੰਦਰ ਪਿੰਟੂ ਅਗਰ ਗੱਲ ਕਰੀਏ ਤੇ ਜ਼ਰੂਰ ਬੀਜੇਪੀ ਦਾ 20 ਤੋਂ 25 ਹਜ਼ਾਰ ਜਿਹੜਾ ਕੈਡਰ ਵੋਟ ਹੈਗਾ ਵਾ, ਜਿਹੜਾ ਕਿ ਉਹਨਾਂ ਦੇ ਮੁਤਾਬਿਕ, ਜੇ ਆਰਐਸਐਸ ਦੇ ਮੁਤਾਬਿਕ ਜਾਂ ਬੀਜੇਪੀ ਦੇ ਮੁਤਾਬਿਕ ਜਿਹੜੀ ਗੱਲ ਕਰੀਏ, ਹਿਲਦਾ ਨਹੀਂ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਲੇਕਿਨ ਕੱਲ ਦੀ ਗੱਲ ਹੈ, ਜਦੋਂ ਆਪਾਂ ਆਰਐਸਐਸ ਦਫ਼ਤਰ ਬੈਠੇ ਰਾਣੀ ਕੇ ਬਾਗ, ਤੇ ਉਹ ਕਹਿੰਦੇ ਸੀ ਸਾਡਾ 20,000 ਤੋਂ ਪਲੱਸ ਵੋਟ ਹੈ। ਉਹੀ ਗੱਲ ਤੁਸੀਂ ਕਹਿੰਦੇ ਹੋ 20,000 ਤੋਂ ਪਲੱਸ ਵੋਟ ਹੈ। ਬਿਲਕੁਲ। ਫਿਰ ਇਹਦਾ ਮਤਲਬ ਕਿ 20,000 ਵੋਟ ਜਿਹੜੀ ਭਾਜਪਾ ਦੀ ਉਹ ਸੁਖਮਿੰਦਰ ਪਿੰਟੂ ਘਰੋਂ ਲੈ ਕੇ ਚੱਲਣਗੇ। ਉਹਦਾ ਰੀਜ਼ਨ ਵੀ ਦੇਖੋ ਨਾ, ਜਦੋਂ ਅਗਰ ਸੁਖਮਿੰਦਰ ਪਿੰਟੂ ਉਹਨਾਂ ਨੂੰ ਅਗਰ ਟਿਕਟ ਨਹੀਂ ਮਿਲਦੀ, ਉਹਦੇ ਵਿੱਚ ਉਮੀਦਵਾਰ ਸੀਗੇ, ਕਈ ਉਮੀਦਵਾਰ ਸੀ, ਸ਼ਵੇਤ ਮਲਿਕ ਵੀ ਸੀਗੇ, ਸੰਧਿਆ ਸਿੱਕਾ, ਅਨੂ ਸਿੱਕਾ ਵੀ ਸੀਗੇ, ਉਹਦੇ ਵਿੱਚ ਪੱਪੂ ਮਹਾਜਨ, ਹੋਰ ਕਈ ਨਾਂ ਆਉਂਦੇ ਹੀ। ਜੇਕਰ ਉਹਨਾਂ ਨੂੰ ਟਿਕਟ ਮਿਲਦੀ ਹੈ, ਅਸੀਂ ਕਿਸੇ ਦੀ ਗੱਲ ਨਹੀਂ ਕਰਦੇ, ਲੇਕਿਨ ਅਗਰ ਜੇ ਉਹਨਾਂ ਕੋਲ ਟਿਕਟ ਮਿਲਦੀ, ਫਿਲਹਾਲ ਹੁਣ ਟਿਕਟ ਤੇ ਖਤਮ ਹੋ ਚੁੱਕੀ, ਜੇਕਰ ਉਹ ਮਿਲਦੀ, ਹੁਣ ਤੇ ਸਾਰੇ ਜਣਿਆਂ ਦੀ ਟਿਕਟ ਦਾ ਮਿਲਦੀ ਤੇ ਜ਼ਰੂਰ ਪਾਰਟੀ ਦੇ ਵਿੱਚ ਜਿਹੜੀ ਹੈ ਉਹ ਗੁੱਟਬਾਜੀ ਨਜ਼ਰ ਆਣੀ ਸੀ, ਔਰ ਉਹ ਦੇਖਣ ਨੂੰ ਮਿਲਣੀ ਸੀ, ਕहीं ਨਾ ਕੋਈ ਕਿਸੇ ਦੇ ਨਾਲ ਉਹਨੂੰ ਜੋੜਿਆ ਜਾਂਦਾ। ਲੇਕਿਨ ਸੁਖਮਿੰਦਰ ਪਿੰਟੂ ਦੇ ਨਾਲ ਟਿਕਟ ਮਿਲਣ ਦੇ ਨਾਲ, ਸੁਖਮਿੰਦਰ ਪਿੰਟੂ ਜਦੋਂ ਉਹਨਾਂ ਨੂੰ ਟਿਕਟ ਮਿਲਦੀ ਨਾਰਥ ਦੇ ਵਿੱਚ, ਅੰਮ੍ਰਿਤਸਰ ਦਾ ਜਦੋਂ ਨਾਰਥ ਹਲਕਾ ਪੂਰੀ ਚੁਣਾਵੀ ਮੈਦਾਨ ਜਿਹੜਾ ਅਖਾੜਾ ਉਮੀਦਵਾਰ ਨਾਲ ਭਖਦਾ, ਤੇ ਕਿਤੇ ਨਾ ਕਿਤੇ ਪਿੰਟੂ ਦੇ ਨਾਲ ਅੱਜ ਉਹ ਵੀ ਚਿਹਰੇ ਨਜ਼ਰ ਆਏ ਜਿਹੜੇ ਕਿ ਅਕਾਲੀ ਦਲ ਨਾਲ ਵੀ ਨਜ਼ਰ ਆਉਂਦੇ ਸੀਗੇ, ਜਿਹੜੇ ਕਿ ਅਨਿਲ ਜੋਸ਼ੀ ਦੇ ਨਾਲ ਵੀ ਨਜ਼ਰ ਆਉਂਦੇ ਸੀ। ਯਾਨੀ ਕਿ ਮੈਂ ਨਾ ਤੁਹਾਡੀ ਗੱਲ ਕੱਟ ਰਿਹਾ, ਜਦੋਂ ਤੱਕ ਭਾਜਪਾ ਦੀ ਟਿਕਟ ਨਹੀਂ ਸੀ ਮਿਲੀ, ਉਦੋਂ ਤੱਕ ਤੇ ਲੋਕ ਕਈ ਜਾ ਵੀ ਸਕਦੇ ਸੀ, ਮਿਲ ਵੀ ਸਕਦੇ ਸੀ, ਕਿਉਂਕਿ ਅਨਿਲ ਜੋਸ਼ੀ ਹੋਣੀ ਵੀ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਸੱਤਾ ਦੇ ਗਲਿਆਰਿਆਂ ਦੇ ਵਿੱਚ ਹੈਗੇ ਨੇ, ਤਾਕੜ ਨੇਤਾ ਵੀ ਇਹ ਲੋਕ ਜਿਹੜਾ ਕਹਿੰਦੇ ਨੇ। ਵੈਸੇ ਵੀ ਉੱਥੇ ਵਿਕਾਸ ਦੀ ਬੜੀ ਲੜਾਈ ਚੱਲਣ ਦੀ ਹੈ, ਲਗਾਤਾਰ ਅੰਮ੍ਰਿਤਸਰ ਰੋਜ਼ ਹੀ ਦਿਖਾਉਂਦਾ। ਪਰ ਗੱਲ ਕੀਤੀ ਜਾ ਰਹੀ ਹੈ, ਹੁਣ ਟਿਕਟ ਅਨਾਉਂਸ ਹੋ ਗਈ ਹੈ। ਜੇ ਮੈਂ ਹੁਣ 1 ਮਿੰਟ ਵਾਸਤੇ ਤੁਹਾਨੂੰ ਪਿਛਲੇ ਸਮੀਕਰਨ ਤੇ ਲੈ ਆਵਾਂਗਾ, ਪਿਛਲੀ ਵਾਰ ਭਾਜਪਾ ਨੂੰ ਕਿੰਨੀ ਵੋਟ ਪਈ ਸੀ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ, ਜੇ ਉਹਦੇ ਵਿੱਚੋਂ ਭਾਜਪਾ ਦੀ ਜਿਹੜੀ ਪਰਟੀਕੂਲਰ ਵੋਟ ਕੱਢ ਦਿੱਤੀ ਜਾਏ, ਫਿਰ ਤੇ ਮੈਨੂੰ ਲੱਗਦਾ ਕਿ ਇੱਕ ਸਮੀਕਰਨ ਬਹੁਤ ਵੱਡਾ ਚੇਂਜ ਹੋ ਜਾਂਦਾ। ਬਿਲਕੁਲ। ਜੇਕਰ ਭਾਜਪਾ ਦੀ ਪਰਟੀਕੂਲਰ ਵੋਟ ਪੈਣੀ ਤੇ ਕਿਤੇ ਨਾ ਕਿਤੇ ਅਨਿਲ ਜੋਸ਼ੀ ਨਾਲ ਵੀ ਵੋਟ ਬੈਂਕ ਜੁੜਿਆ ਹੈ, ਉਹ ਵੋਟ ਬੈਂਕ ਉਹਨਾਂ ਦਾ ਵੀ ਹੈਗਾ। ਲੇਕਿਨ ਅਗਰ ਮੈਂ ਇਸ ਦੀ ਗੱਲ ਕਰਾਂ, ਹੁਣ ਦੀ ਗੱਲ ਕਰਾਂ, ਸੁਖਮਿੰਦਰ ਸਿੰਘ ਪਿੰਟੂ ਨੂੰ ਅਗਰ ਟਿਕਟ ਮਿਲਦੀ ਹੈ ਤੇ ਇਹਦਾ ਸਿੱਧਾ ਫਾਇਦਾ ਕਾਂਗਰਸ ਨੂੰ ਵੀ ਹੋ ਸਕਦਾ, ਕਿਉਂਕਿ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਵੀ ਗੁੱਟਬਾਜ਼ੀਆਂ ਦੇਖਣ ਨੂੰ ਮਿਲੇ। ਲੇਕਿਨ ਜਦੋਂ ਮੈਂ ਤੁਹਾਡੀ ਗੱਲ ਕੱਟ ਰਿਹਾ, ਕਾਂਗਰਸ ਦੇ 6 ਜਿਹੜੇ ਕੌਂਸਲਰ ਸੀ ਉਹ ਬਾਗੀ ਸੀ, ਇੱਕ ਕੌਂਸਲਰ ਨਵੀਂ ਭਗਤ ਨੂੰ ਕੱਲ ਅਨਿਲ ਜੋਸ਼ੀ ਨੇ ਪਾਰਟੀ 'ਚ ਦਾਖਲ ਕਰਾ ਰਿਹਾ। ਪਰ ਇਹਦੇ ਨਾਲ ਇੱਕ ਹੋਰ ਸੂਤਰਾਂ ਤੋਂ ਖਬਰ ਆਂਦੀ, ਉਹ ਖਬਰ ਦੀ ਵੀ ਪੁਸ਼ਟੀ ਕਰੋ ਕਿ ਜਿਹੜਾ ਕਾਂਗਰਸ ਹੈ ਇੱਕ ਝੰਡੇ ਤੇ ਇੱਕ ਡੰਡੇ ਥੱਲੇ ਹੋ ਰਹੀ ਹੈ। ਬਿਲਕੁਲ। ਉਹਦੇ ਵਿੱਚ ਗੱਲ ਕਰੀਏ ਤੇ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਸੁਨੀਲ ਦੱਤੀ ਉਹਨਾਂ ਦੀ ਜਿਹੜੀ ਇਲੈਕਸ਼ਨ ਦੀ ਜਿਹੜੀ ਉਹ ਕਮਾਨ ਉਹ ਸੰਭਾਲੀ ਹੋਈ ਹੈ। ਹਾਲਾਂਕਿ ਚਰਨਜੀਤ ਸਿੰਘ ਚੰਨੀ ਵੀ ਆਪ ਜਦੋਂ ਪਿੱਛੇ ਆਏ ਸੀ, ਉਹ ਕਹਿ ਗਏ ਸੀ ਕਿ ਇਹ ਮੇਰੀ ਇਲੈਕਸ਼ਨ ਹੈਗੀ ਹੈ। ਉਸ ਦੇ ਬਾਵਜੂਦ ਜੇਕਰ ਜਿਹੜੇ ਬਾਗੀ ਤੇਵਰ ਵਾਲੇ ਤੁਸੀਂ ਪਿੱਛੇ ਦੇਖੇ ਸੀ, ਉਹ ਸਾਰੇ ਚੁੱਪ ਕਰ ਗਏ ਆ, ਚੁੱਪ ਬੈਠੇ ਹੋਏ ਆ। ਔਰ ਇੱਕ ਪਲੇਟਫਾਰਮ ਤੇ, ਹਾਲਾਂਕਿ ਕਾਂਗਰਸ ਨੇ ਆਪਣੇ ਕਾਰਜਕਰਤਾਵਾਂ ਨੂੰ ਕਿਹਾ ਕਿ ਅਸੀਂ ਸਰਕਾਰ ਬਣਾਉਣ ਲਈ ਇੱਕ ਪਲੇਟਫਾਰਮ ਤੇ ਆਣਾ, ਉਹ ਕਿਤੇ ਨਾ ਕਿਤੇ ਉਹ ਪਲੇਟਫਾਰਮ ਜਿਹੜਾ ਦਿਖਦਾ ਨਜ਼ਰ ਆ ਰਿਹਾ, ਬਾਕੀ ਸੁਰ ਜਿਹੜਾ ਉਹ ਨਹੀਂ ਨਿਕਲ ਰਿਹਾ। ਕੱਲ ਜਦੋਂ ਆਪਾਂ ਫੀਲਡ ਦੇ ਵਿੱਚ ਹੈਗੇ ਹਾਂ
ਤੇ ਇੱਕ ਬਾਗੀ ਨੇਤਾ ਨਾਲ ਗੱਲ ਵੀ ਹੋਈ ਸੀ, ਕਹਿੰਦਾ ਸਿੱਧੂ ਸਾਹਿਬ ਨਾਲ ਫੋਨ ਤੇ ਗੱਲ ਵੀ ਕਰਾਈ ਗਈ ਹੈ, ਅਸੀਂ ਕੋਈ ਕਮੈਂਟ ਨਹੀਂ ਕਰਨਾ। ਇਹਦਾ ਮਤਲਬ ਕਿ ਸੁਖਮਿੰਦਰ ਸਿੰਘ ਪਿੰਟੂ ਦੀ ਟਿਕਟ ਦਾ ਸਿੱਧਾ ਫਾਇਦਾ ਕਾਂਗਰਸ ਨੂੰ ਮਿਲ ਸਕਦਾ। ਬਿਲਕੁਲ ਸੁਨੀਲ ਦੱਤੀ ਉਹਨਾਂ ਨੇ ਵੀ ਜਿਹੜੀ ਗੱਲ ਕਰ ਰਹੇ, ਸੁਨੀਲ ਦੱਤੀ ਉਹਨਾਂ ਦੀ ਆਪਣੀ ਬੋਲੀ ਜਿਹੜੀ ਹੈਗੀ, ਲੋਕ ਕਹਿੰਦੇ ਕਿ ਉਹਨਾਂ ਦੀ ਬੋਲੀ ਵੀ ਜਿਹੜੀ ਹੈ ਉਹ ਕਾਫੀ ਮਿੱਠੀ ਹੈ ਜੋ ਵੀ ਹੈ, ਲੇਕਿਨ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਕਮਾਨ ਸੰਭਾਲ ਲਈ ਹੈ, ਸੁਨੀਲ ਦੱਤੀ ਨੇ ਕਮਾਨ ਆਪਣੀ ਜਿਹੜੀ ਇਲੈਕਸ਼ਨ ਲੜ ਰਹੇ ਆ, ਉਹ ਕਿਤੇ ਨਾ ਕਿਤੇ ਅਗਰ ਕਾਂਗਰਸ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਏ ਔਰ ਲੈ ਕੇ ਵੀ ਆ ਰਹੇ, ਜਿਸ ਤਰ੍ਹਾਂ ਉਹ ਬਾਗੀ ਤੇਵਰ ਨਜ਼ਰ ਆਏ ਸੀ ਉਹ ਨਜ਼ਰ ਨਹੀਂ ਆ ਰਹੇ, ਔਰ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰੀ ਲੇਕਿਨ ਕੋਈ ਬੋਲਣ ਨੂੰ ਤਿਆਰ ਨਹੀਂ, ਕਿਤੇ ਨਾ ਕਿਤੇ ਕਾਂਗਰਸ ਨੂੰ ਇਹਦਾ ਬੈਨੀਫਿਟ ਮਿਲ ਸਕਦਾ। ਯਾਨੀ ਕਿ ਇੱਕ ਝੰਡੇ ਦੇ ਇੱਕ ਡੰਡੇ ਥੱਲੇ ਕਾਂਗਰਸ ਆ ਰਹੀ ਹੈ। ਪਰ ਇੱਥੇ ਇੱਕ ਹੋਰ ਸਵਾਲ ਹੈ, ਪਿਛਲੀ ਵਾਰ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ ਸੀ, ਆਮ ਆਦਮੀ ਪਾਰਟੀ ਨੂੰ 10,000 ਵੋਟ ਪਈ। ਐਤਕੀ ਜਿਹੜਾ ਕੁੰਵਰ ਵਿਜੇ ਪ੍ਰਤਾਪ ਹੈ ਉਹ ਵੀ ਕਿਤੇ ਨਾ ਕਿਤੇ ਗਰਾਊਂਡ ਤੇ ਵਰਕ ਕਰਨ ਦੇ ਨੇ, ਅਨਿਲ ਜੋਸ਼ੀ ਵੀ ਕਰਨ ਦੇ ਨੇ, ਦੱਤੀ ਹੋਣੀ ਵੀ ਕਰਨ ਦੇ ਨੇ, ਹੁਣ ਸੁਖਮਿੰਦਰ ਪਿੰਟੂ ਵੀ ਆ ਗਏ ਨੇ। ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਹੁਣ ਇਹਦੇ ਵਿੱਚੋਂ 2 ਤੋਂ 3 ਨਾਵਾਂ ਦੀ ਲੜਾਈ ਰਹਿ ਜਾਏਗੀ, ਇੱਕ ਨਾ ਥੱਲੇ ਜਾਏਗਾ ਕੋਈ। ਹੋ ਵੀ ਸਕਦਾ। ਔਰ ਦੂਸਰੀ ਗੱਲ ਕਰੀਏ, ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ, ਲੋਕ ਕਹਿ ਰਹੇ ਆ ਜਾਂ ਚਰਚਾ ਆ ਗਈ, ਦੇਖੋ ਸਾਇਲੈਂਟ ਵੋਟ ਦੀ ਗੱਲ ਕਰਦੇ, ਲੇਕਿਨ ਸਾਇਲੈਂਟ ਵੋਟ ਜ਼ਰੂਰੀ ਨਹੀਂ ਕਿ ਇੱਕ ਪਾਰਟੀ ਦਾ ਹੀ ਹੋਵੇ। ਸਾਇਲੈਂਟ ਵੋਟ ਕਾਂਗਰਸ ਦਾ ਵੀ ਹੋ ਸਕਦਾ ਹੈ, ਸਾਇਲੈਂਟ ਵੋਟ ਬੀਜੇਪੀ ਦਾ ਵੀ ਹੋ ਸਕਦਾ ਹੈ, ਸਾਇਲੈਂਟ ਵੋਟ ਅਨਿਲ ਜੋਸ਼ੀ ਅਕਾਲੀ ਦਲ ਦਾ ਵੀ ਹੋ ਸਕਦਾ ਹੈ, ਸਾਇਲੈਂਟ ਵੋਟ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਹੋ ਸਕਦਾ ਹੈ। ਫਿਲਹਾਲ ਸਾਇਲੈਂਟ ਵੋਟ ਤੇ ਜ਼ਿਆਦਾ ਗੱਲ ਚੱਲਦੀ ਹੈ, ਲੇਕਿਨ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਉਹ ਵੀ ਗਰਾਊਂਡ ਲੈਵਲ ਤੇ ਲੱਗੇ ਹੋਏ ਆ। ਆਉਣ ਵਾਲੇ ਸਮੇਂ ਕੀ ਬਣੇਗਾ, ਕੀ ਸਮੀਕਰਨ ਹੋਣਗੇ, ਉਹ ਤੇ ਦੇਖਣ ਵਾਲੀ ਗੱਲ ਹੋਏਗੀ। ਲੇਕਿਨ ਸੁਖਮਿੰਦਰ ਪਿੰਟੂ ਦੀ ਅਸੀਂ ਗੱਲ ਕਰ ਰਹੇ, ਮੌਜੂਦਾ ਜਿਹੜਾ ਚੁਣਾਵੀ ਅਖਾੜਾ ਪੂਰੀ ਤਰ੍ਹਾਂ ਬਚ ਚੁੱਕਿਆ। ਪੰਜਾਬੀ 'ਚ ਜੇ ਗੱਲ ਕੀਤੀ ਜਾਏ ਓਮ ਜੀ, ਤੇ ਜਾਂਦੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਲੱਗਦਾ ਕਿ ਜਿਹੜਾ ਸੁਖਮਿੰਦਰ ਪਿੰਟੂ ਨੂੰ ਟਿਕਟ ਮਿਲਣ ਦੇ ਨਾਲ ਨਾਰਥ ਦਾ ਸਾਰਾ ਸਮੀਕਰਨ ਚੇਂਜ ਹੋ ਗਿਆ। ਜੋ ਅੱਜ ਸਵੇਰ ਤੱਕ ਦੀ ਹਵਾ ਸੀ, ਜਿਸ ਤਰ੍ਹਾਂ ਦਾ ਕੋਈ ਅਪ ਜਾ ਰਿਹਾ ਸੀ, ਕੋਈ ਡਾਊਨ ਜਾ ਰਿਹਾ ਸੀ, ਕਈਆਂ ਕੈਂਡੀਡੇਟਾਂ ਨੂੰ ਬਹੁਤ ਫਰਕ ਪੈਣ ਵਾਲਾ ਹੈ। ਬਿਲਕੁਲ ਬਹੁਤ ਫਰਕ ਪੈਣ ਵਾਲਾ ਹੈ। ਔਰ ਕੈਂਡੀਡੇਟਾਂ ਦੀ ਗੱਲ ਕਰਾਂ ਤੇ ਜਿਹੜੀ ਵੋਟ ਹੈਗੀ ਆ ਉਹ ਡਿਵਾਈਡ ਹੋ ਗਈ ਹੈ। ਜੇਕਰ ਮੈਂ ਗੱਲ ਕਰਾਂ, ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ, ਜਿਹੜੀ ਕਿ ਦੇਖਣ ਵਾਲੀ ਔਰ ਜਿਹੜੀ ਨਜ਼ਰ ਆ ਰਹੀ ਹੈ, ਅਕਾਲੀ ਦਲ ਔਰ ਬੀਜੇਪੀ ਦੀ ਵੋਟ ਦਾ ਸਭ ਤੋਂ ਜ਼ਿਆਦਾ ਜਿਹੜਾ ਫਰਕ ਸੀਗਾ ਉਹ ਸੁਖਮਿੰਦਰ ਪਿੰਟੂ ਦੇ ਨਾਲ। ਇੱਥੇ ਮੇਰਾ ਇੱਕ ਹੋਰ ਸਵਾਲ ਹੈ, ਜੇ ਭਾਰਤੀ ਜਨਤਾ ਪਾਰਟੀ ਨੇ ਸੁਖਮਿੰਦਰ ਪਿੰਟੂ ਨੂੰ ਸਿੱਖ ਚਿਹਰੇ ਵੱਲੋਂ ਵੀ ਦੇਖਿਆ ਜਾਂਦਾ ਟਿਕਟ ਦਿੱਤੀ, ਕਿਤੇ ਨਾ ਕਿਤੇ ਅਕਾਲੀ ਦਲ ਦੀ ਕਾਰਡ ਵੱਲੋਂ ਦਿੱਤੀ ਗਈ ਨਾ, ਜਿਹੜਾ ਸਿੱਖ ਚਿਹਰੇ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਅਕਾਲੀ ਦਲ ਨੂੰ ਮਾਰ ਦੇਣ ਵਾਸਤੇ ਕੀਤੀ ਗਈ ਲੱਗਦੀ ਹੈ। ਬਿਲਕੁਲ ਜੇਕਰ ਗੱਲ ਕਰੀਏ ਤਾਂ ਸੁਖਮਿੰਦਰ ਪਿੰਟੂ ਦੇ ਆਉਣ ਨਾਲ ਸਭ ਤੋਂ ਜ਼ਿਆਦਾ ਇਫੈਕਟ ਜਿਹੜਾ ਉਹ ਅਕਾਲੀ ਦਲ ਨੂੰ, ਕਿਉਂਕਿ ਬੀਜੇਪੀ ਤੋਂ ਜਿਹੜਾ ਰੁੱਠਿਆ ਵੋਟ ਸੀਗਾ ਜਾਂ ਬੀਜੇਪੀ ਨੂੰ ਜਿਹੜੇ ਕੈਂਡੀਡੇਟ ਨੂੰ ਜਿਹੜੇ ਲਾਈਕ ਨਹੀਂ ਕਰ ਰਹੇ ਸੀ, ਉਹਦਾ ਜਿਹੜਾ ਰੁੱਠਿਆ ਉਹ ਸਿੱਧਾ ਅਕਾਲੀ ਦਲ ਨੂੰ ਪੈਣਾ, ਹੋਰ ਅਕਾਲੀ ਦਲ ਵੱਲ ਜਾਣਾ ਸੀ। ਲੇਕਿਨ ਜ਼ਰੂਰੀ ਨਹੀਂ ਕਿ ਸਾਰਾ ਵੋਟ ਬੈਕ ਤੇ ਆਇਆ, ਲੇਕਿਨ ਸੁਖਮਿੰਦਰ ਪਿੰਟੂ ਨੇ ਕਿਤੇ ਨਾ ਕਿਤੇ ਆਪਣਾ ਬੈਕਅਪ ਜਿਹੜਾ ਹੈਗਾ ਉਹ ਟਿਕਟ ਲਿਖਣ ਤੋਂ ਬਾਅਦ ਪਾਰਟੀ ਨੇ ਆਪਣਾ ਬੈਕਅਪ ਲਿੱਤਾ। ਸੁਖਮਿੰਦਰ ਪਿੰਟੂ ਜਿਹੜੇ ਆ ਉਹ ਇੱਕ ਇਹੋ ਜਿਹੇ ਲੀਡਰ ਹੈਗੇ ਜਿਹੜੇ ਕਿ ਸਾਰੇ ਬੀਜੇਪੀ ਦੇ ਜਿਹੜੀ ਪਾਰਟੀ ਜਾਂ ਕਾਰਜਕਰਤਾਵਾਂ ਨੂੰ ਪਲੇਟਫਾਰਮ ਤੇ ਇਕੱਠਾ ਕਰ ਸਕਦੇ। ਨਾਰਥ ਹਲਕੇ ਦੇ ਵਿੱਚ ਘੱਟ ਨਹੀਂ ਹੈਗਾ ਵੋਟਰ ਬੀਜੇਪੀ ਦਾ, ਬੀਜੇਪੀ ਦਾ ਕੈਡਰ ਵੋਟ ਹੈ, ਆਰਐਸਐਸ ਵੋਟ ਹੈਗਾ, ਜਿਹੜਾ ਕਿ ਅਗਰ ਇੱਕ ਮੰਚ ਤੇ ਨਿਕਲ ਆਇਆ ਤੇ ਜ਼ਰੂਰ ਨੁਕਸਾਨ ਪਹੁੰਚਾ ਸਕਦਾ ਹੈ। ਯਾਨੀ ਕਿ ਪੋਜੀਸ਼ਨ ਸਾਰੀਆਂ ਪਾਰਟੀਆਂ ਦੀ ਸੇਮ ਹੈ। ਅਕਾਲੀ ਦਲ ਵੀ ਇੱਕੋ ਝੰਡੇ ਦੇ ਡੰਡੇ ਥੱਲੇ ਹੋ ਜੇ, ਕਾਂਗਰਸ ਵੀ ਇੱਕੋ ਝੰਡੇ ਦੇ ਡੰਡੇ ਥੱਲੇ ਹੋ ਜੇ, ਆਮ ਆਦਮੀ ਪਾਰਟੀ ਤੇ ਆਪਣਾ ਡੰਡਾ ਲੈ ਕੇ ਘੁੰਮਣ ਹੀ ਡਈ ਹੈ, ਕਿਉਂਕਿ ਉਹਨਾਂ ਦੀ ਪਿਛਲੀ ਵਾਰ ਤੇ ਉਹ ਇੱਥੇ ਇੰਨੀ ਕੋਈ ਹਵਾ ਨਹੀਂ ਸੀਗੀ, ਪਰ ਐਤਕੀ ਕਿਤੇ ਨਾ ਕਿਤੇ ਉਹਨਾਂ ਦੀ ਵੀ ਹਵਾ ਆਪਣੀ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਜੇ ਗੱਲ ਕੀਤੀ ਜਾਏ ਬੀਜੇਪੀ, ਸੁਖਮਿੰਦਰ ਪਿੰਟੂ ਯੂਥ ਨੂੰ ਨਾਲ ਲੈ ਕੇ ਚੱਲ ਸਕਦੇ, ਯੁਵਾ ਮੋਰਚਾ ਨਾਲ ਚੱਲੇਗਾ, ਪੁਰਾਣੇ ਜਿਹੜੇ ਘੜਾਤ ਉਹਨਾਂ ਦੇ ਕੁਲੀਗ ਕਾਉਂਸਲਰ ਰਹੇ ਨੇ ਉਹ ਨਾਲ ਚੱਲਣਗੇ। ਕਿਹੜੇ ਲੋਕ ਜਿਹੜੇ ਅੱਜ ਕੱਲ੍ਹ ਇਹਨਾਂ ਕੋਲ ਨਹੀਂ ਸੀ, ਭਾਜਪਾ ਦੇ ਨਾਲ ਨਹੀਂ ਚੱਲਣ ਦੇ, ਉਹ ਉਹਨਾਂ ਨਾਲ ਸੰਪਰਕ ਸਾਧਣਗੇ। ਇਹ ਤੇ ਆਉਣ ਵਾਲੇ ਦਿਨਾਂ 'ਚ ਲੜਾਈ ਦਾ ਵੀ ਪਤਾ ਲੱਗ ਸਕਦਾ। ਜੇਕਰ ਪਿੰਟੂ ਨਾਲ ਦੀ ਗੱਲ ਕਰੀ, ਤਾਕੜ ਨੇਤਾ ਗਿਣੇ ਜਾਂਦੇ, ਬੁਲਾਰੇ ਵੀ ਅੱਛੇ ਆ ਔਰ ਬੁਲਾਰੇ ਤੌਰ ਤੇ ਵੀ ਗਿਣੇ ਦੇਖੇ ਜਾਂਦੇ ਅੰਮ੍ਰਿਤਸਰ ਭਾਜਪਾ ਦੇ ਵਿੱਚ, ਲੇਕਿਨ ਸੁਖਮਿੰਦਰ ਪਿੰਟੂ ਇੱਕ ਇਹੋ ਜਿਹਾ ਚਿਹਰਾ ਹੈਗਾ ਜਿਹੜਾ ਕਿ ਹਰ ਵਰਗ ਨੂੰ ਨਾਲ ਲੈ ਕੇ ਜਿਹੜੇ ਚੱਲ ਸਕਦੇ ਆ। ਔਰ ਵੋਟ ਬੈਂਕ ਦੀ ਗੱਲ ਕਰੀਏ ਤੇ ਵੋਟ ਬੈਂਕ ਦੀ ਰਾਜਨੀਤੀ ਜਿਹੜੀ ਹੈ ਉਹ ਨਾਰਥ ਹਲਕੇ ਵਿੱਚ ਬਦਲ ਚੁੱਕੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉਮੀਦਵਾਰ ਜਿਹੜਾ ਨੋਮੀਨੇਸ਼ਨ ਕਰਨਗੇ ਉਸ ਤੋਂ ਬਾਅਦ ਕੀ ਸਥਿਤੀ ਹੋਏਗੀ, ਕੀ ਸਮੀਕਰਨ ਹੋਣਗੇ, ਲੇਕਿਨ ਨਾਰਥ ਹਲਕਾ ਮੈਂ ਇੱਕ ਗੱਲ ਤੁਹਾਨੂੰ ਫਿਰ ਕੱਟਣ ਲੱਗਾ, ਮੈਨੂੰ ਯਾਦ ਆ ਗਈ, ਕੱਲ ਰਾਤ ਅਵਿਨਾਸ਼ ਰਾਏ ਖੰਨਾ ਸੰਜੀਵ ਹੋਣਾ ਦੇ ਘਰ ਆਏ ਸੀ ਮਜੀਠਾ ਰੋਡ ਤੇ, ਉੱਥੇ ਵੀ ਪਿੰਟੂ ਹੋਣਾ ਨਾਲ ਗੱਲ ਹੋ ਰਹੀ, ਅਸੀਂ ਕਲੀਅਰ ਵੀ ਕਰਤੀ ਸੀ, ਉੱਥੇ ਅਸੀਂ ਕਲੀਅਰ ਵੀ ਕੀਤਾ ਹੈ ਕਿ ਜਿਹੜਾ ਸੁਖਮਿੰਦਰ ਪਿੰਟੂ, ਰਜੇਸ਼ ਹਨੀ ਔਰ ਜਿਹੜੇ ਇਸ ਟਾਈਮ ਸਾਰੇ ਉਮੀਦਵਾਰ ਇਹ ਨਾਲ ਹੈਗੇ ਨੇ, ਕਿਤੇ ਨਾ ਕਿਤੇ ਡਿਕਲੇਅਰ ਹੋ ਰਹੀ। ਤੇ ਉਦੋਂ ਪਿੰਟੂ ਨਹੀਂ ਕਹਿੰਦੇ ਮੈਂ ਇਲੈਕਸ਼ਨ ਤੇ ਲੜਨੀ ਨਹੀਂ ਚਾਹੁੰਦਾ, ਮੈਨੂੰ ਕਿਸੇ ਨੇ ਕਿਹਾ ਤੂੰ ਲੜਦਾ ਤੇ ਮੈਂ ਤਾਂ ਡਿਆ। ਪਰ ਇਹਦੇ ਨਾਲ ਅਸੀਂ ਜਿਹੜਾ ਸੁਖਮਿੰਦਰ ਪਿੰਟੂ ਹੈ ਉਹਨਾਂ ਨੂੰ ਵਧਾਈ ਵੀ ਦਿੰਦੇ ਹਾਂ ਕਿ ਉਹਨਾਂ ਨੇ ਇੱਕ 20-21 ਸਾਲ ਦੇ ਕੈਰੀਅਰ ਦੇ ਵਿੱਚ ਇੰਨੀ ਤਰੱਕੀ ਕੀਤੀ, 3 ਵਾਰ ਕੌਂਸਲਰ ਉਹਨਾਂ ਨੇ ਬਣਾਇਆ। ਅੱਜ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ, ਟਿਕਟ ਦਾ ਨਵਾਜਿਆ। ਉਹ ਤੇ ਆਉਣ ਵਾਲਾ ਸਮੇਂ ਦੱਸੇਗਾ ਕਿ ਟਿਕਟ ਜਿੱਤ ਪਾਉਂਦੇ ਨੇ ਕਿ ਨਹੀਂ ਜਿੱਤ ਪਾਉਂਦੇ। ਪਰ
ਇੱਕ ਗੱਲ ਤੇ ਜ਼ਰੂਰ ਹੈ, ਵਿਰੋਧੀਆਂ ਨੂੰ ਉਹਨਾਂ ਨੇ ਅੱਜ ਪ੍ਰਸਤ ਕਰਤਾ। ਬਿਲਕੁਲ, ਔਰ ਸਾਡਾ ਵੀ ਮਕਸਦ ਹੈ ਕਿ ਜਿਸ ਤਰ੍ਹਾਂ ਜਿਹੜੇ ਹਲਕੇ ਦੀ ਟਿਕਟ ਦੀ ਉਮੀਦਵਾਰੀ ਜਿਹੜੇ ਕੈਂਡੀਡੇਟ ਹੈਗੇ ਸਾਰੀ ਪਾਰਟੀਆਂ ਦੇ, ਉਹ ਜਿਸ ਤਰ੍ਹਾਂ ਆਪਣੇ ਮੈਦਾਨ ਦੇ ਵਿੱਚ ਜਿਵੇਂ ਉਤਰਦੇ ਜਾਣਗੇ, ਅਸੀਂ ਉਸ ਹਲਕੇ ਨੂੰ ਲੈ ਕੇ ਜ਼ਰੂਰ ਸਮੀਕਰਨ ਇੱਕ ਵਾਰੀ ਲੈ ਕੇ ਆਇਆ ਕਰਾਂਗੇ। ਔਰ ਜਿਸ ਤਰ੍ਹਾਂ ਦੀ ਗੱਲ ਕਰੀਏ, ਅਸੀਂ ਨਾਰਥ ਦੀ ਗੱਲ ਕੀਤੀ, ਕਿਉਂਕਿ ਨਾਰਥ ਹਲਕਾ ਜਿਹੜਾ ਪੂਰੀ ਪਾਰਟੀਆਂ ਦੇ ਨਾਲ ਸੱਜ ਚੁੱਕਿਆ ਹੈ, ਮੈਦਾਨ ਪੱਕ ਚੁੱਕਿਆ ਹੈ, ਕੱਲ ਤੋਂ ਮੈਦਾਨ ਜਿਹੜਾ ਵਾ ਉਹ ਨਿਕਲ ਚੁੱਕਿਆ। ਔਰ ਆਉਣ ਵਾਲੇ ਸਮੇਂ 25 ਜਨਵਰੀ ਤੋਂ ਜਿਹੜੀ ਆ ਨੋਮੀਨੇਸ਼ਨ ਸ਼ੁਰੂ ਹੋ ਰਹੀ ਹੈ, ਸਮੀਕਰਨ ਬਦਲਦੇ ਜਾ ਰਹੇ, ਸਮਾਂ ਥੋੜਾ ਸਰਦੀ ਦਾ ਮੌਸਮ ਵੀ ਵੱਧਦਾ ਹੈ, ਲੇਕਿਨ ਸਰਦੀ ਨੇ ਤੇ ਪੂਰਾ ਤੰਗ ਕੀਤਾ, ਕਹਿੰਦੇ ਕੈਂਡੀਡੇਟਾਂ ਨੂੰ ਘਰੋਂ ਨਹੀਂ ਬਾਹਰ ਨਿਕਲਣ ਦੇਣ ਦੀ। ਪਰ ਮੈਂ ਫੇਰ ਜਾਂਦੇ ਓਮ ਜੀ, ਸਾਡੀ ਇਹ ਚਰਚਾ, ਸਾਡੀ ਇਹ ਖਬਰ ਸਿਰਫ ਇਸ ਵਾਸਤੇ ਸੀ ਕਿ ਸਾਡੀ ਖਬਰ ਨੂੰ ਮੋਹਰ ਲੱਗੀ ਹੈ। ਸਾਰਿਆਂ ਨਾਲ ਪਹਿਲਾਂ ਅਸੀਂ ਐਨਾਲਾਈਜ਼ ਕੀਤਾ ਸੀ, ਅਸੀਂ ਕਿਹਾ ਸੀ ਸੁਖਮਿੰਦਰ ਪਿੰਟੂ ਨਾਰਥ ਹਲਕੇ ਤੋਂ ਪ੍ਰਬਲ ਦਾਅਵੇਦਾਰ ਹੈ, ਚਾਹੇ ਉਹ ਮਨਾਕਸ਼ੀ ਲੇਖੀ ਆਏ, ਉਹਨਾਂ ਦੇ ਨਾਲ ਦੇਖਣ ਨੂੰ ਮਿਲੇ, ਮਰਾਸ਼ ਰਾਏ ਖੰਨਾ ਆਏ, ਉਹਨਾਂ ਨੂੰ ਵੇਖਣ ਨੂੰ ਮਿਲੇ, ਔਰ ਅਸ਼ਵਨੀ ਸ਼ਰਮਾ ਆਏ, ਉਹਨਾਂ ਨਾਲ ਵੇਖਣ ਨੂੰ ਪਹਿਲੀ ਕਤਾਰ ਦੇ ਵਿੱਚ ਜਿਹੜਾ ਸਾਨੂੰ ਸੁਖਮਿੰਦਰ ਪਿੰਟੂ ਮਿਲਦੇ ਰਹੇ। ਅਸੀਂ ਇਹ ਪੁਸ਼ਟੀ ਕੀਤੀ ਸੀ ਕਿ ਇਹ ਜਿਹੜੀ ਸੀਟ ਹੈ ਸੁਖਮਿੰਦਰ ਪਿੰਟੂ ਨੂੰ ਮਿਲ ਸਕਦੀ ਹੈ, ਔਰ ਸਾਡੀ ਖਬਰ ਤੇ ਮੋਹਰ ਲੱਗੀ ਹੈ। ਔਰ ਉਸ ਤੋਂ ਬਾਅਦ ਅਸੀਂ ਉਹਨਾਂ ਦਾ ਜਿਹੜਾ ਰਾਜਨੀਤਿਕ ਜੀਵਨ ਹੈ ਔਰ ਉਹਦਾ ਉਸ ਹਲਕੇ ਦੇ ਉੱਤੇ ਕਿਸ ਤਰ੍ਹਾਂ ਦਾ ਇਫੈਕਟ ਪਏਗਾ, ਉਹਦੇ ਉੱਤੇ ਚਰਚਾ ਕਰ ਰਹੇ ਹਾਂ, ਖਾਸ ਮੇਰੇ ਸਹਿਯੋਗੀ ਓਮ ਗੁਪਤਾ ਦੇ ਨਾਲ। ਔਰ ਬਿਲਕੁਲ, ਔਰ ਇਸ ਤਰ੍ਹਾਂ ਦੀ ਚਰਚਾ ਜਿਸ ਤਰ੍ਹਾਂ ਹਲਕੇ ਦੇ ਵਿੱਚ ਉਮੀਦਵਾਰ ਜਿਹੜੇ ਪੂਰੇ ਉਤਰਦੇ ਜਾਣਗੇ ਚੁਣਾਵੀ ਅਖਾੜੇ ਦੇ ਵਿੱਚ, ਅਸੀਂ ਉਹ ਚਰਚਾ ਲੈ ਕੇ ਲਗਾਤਾਰ ਹਾਜ਼ਰ ਹੁੰਦੇ ਰਵਾਂਗੇ।